सकत कर सिफत तुम्हारी। आप लेहो तुम कथा सुधारी, हम ना सकत कर सिफत तुम्हारी। आप लेहो तुम कथा सुधारी, आप लेहो तुम कथा सुधारी। सन्मानयोग गुरु जी की साजी हुई गुरु प्यारी संगत जी, गुरु महाराज ने कृपा की है जी। पावन दरबार दे अंदर सज के ऐसे सोहने गुरु दे सोहने विचारां नूं सरवण करन दा कीमती समा सानू मालक जी ने बख्शिया है। सो आओ गुरबाणी दी विचार इस दी आरंभता तो प्रथम सनिमर फतेह प्रवान करनी जी। वाहिगुरु जी का खालसा, वाहिगुरु जी की फतेह। अज दा जो पावन हुक्मनामा है, ये गुरु रामदास जी महाराज सच्चे पातशाह जी उन्हां दी रसना तो गायन किया है, जो कि राग धनासरी दे अंदर 690 अंग ते गुरु ग्रंथ साहिब जी महाराज सच्चे पातशाह जी दे विच अंकित है, दर्ज है। गुरु जी इस शब्द दे अंदर सानू अपने सिखां नूं समझाउंदे ने कि जिहड़ी साध संगत हुंदी है, जिथे संगत किहनूं कहिंदे ने, पहलां इस गल दी विचार होनी जरूरी है। जिथे सारे मिल के बहिंदे ने इकट्ठे हो के, उत्थे कोई होर गल नहीं हुंदी। परमात्मा दे संबंध विच उत्थे गल्लां कहीआं जांदियां ने, संगतां उन्हां नूं सरवण करदियां ने, सुणदियां ने। एक परमात्मा दी ही उत्थे गल हुंदी आ, एक नाम दी ही उत्थे गल हुंदी आ। तां सत संगत कैसी जाणीए, जिथे एको नाम बखाणीए, इहनूं संगत कहिंदे ने। कई वारी उन्हां दे विच जो सुणन वाले ने जां कहण वाला है, ਉਹਦਾ ਜਿਹੜਾ ਦਿਲ ਆ ਉਹ ਪਿਆਰ ਦੇ ਨਾਲ ਪ੍ਰਮਾਤਮਾ ਦੇ ਰੱਬੀ ਰੰਗ ਵਿੱਚ ਭਿੱਜਿਆ ਹੁੰਦਾ ਪੂਰਾ, ਤਾਂ ਉੱਥੇ ਕਹਿਣ ਦੇ ਵਿੱਚ ਸੁਣਨ ਦੇ ਵਿੱਚ ਬੜਾ ਆਨੰਦ ਬਣ ਜਾਂਦਾ। ਫਿਰ ਉਹਨੂੰ ਸੰਗਤ ਕਹਿੰਦੇ ਆ। ਤੇ ਸੰਗਤ ਸਾਡੇ ਸਰੀਰ ਦੇ ਅੰਦਰ ਜੋ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਜੋ ਸਰੀਰ ਦੇ ਕੋਠੇ ਦੇ ਵਿੱਚ ਇੱਕ ਕੋਠੀ ਆ, ਮਨ ਆ, ਉਹਨੇ ਕਰਨੀ ਹੁੰਦੀ ਆ। ਸੰਗਤ ਜਿਹੜੀ ਆ ਉਹ ਸਰੀਰ ਨੇ ਨਹੀਂ ਕਰਨੀ ਹੁੰਦੀ। ਸਰੀਰ ਦੀ ਇਹ ਖੁਰਾਕ ਨਹੀਂ ਹੈਗੀ, ਢਿੱਡ ਦੀ ਇਹ ਖੁਰਾਕ ਨਹੀਂ ਹੈਗੀ, ਇਹ ਮਨ ਦੀ ਖੁਰਾਕ ਆ, ਰੂਹ ਦੀ ਖੁਰਾਕ ਆ। ਤਾਂ ਕੋਠਰੇ ਮੈਂ ਕੋਠਰੀ परम कोठी विचार। भगत कबीर साहब जी कहते ने, जिहड़ी शरीर की कोठी अंदर कोठी आ, परम कोठी आ, उन्हें यदि संगत विच आउणा हुंदा है गुरु दी,
ਉੱਪਰੋਂ ਉੱਪਰੋਂ ਨਹੀਂ, ਭਾਵ ਕੀ ਫਿਰ ਜਦੋਂ ਅਸੀਂ ਸੰਗਤ ਵਿੱਚ ਆ ਕੇ ਬਹਿੰਦੇ ਹਾਂ, ਪਹਿਲੀ ਗੱਲ ਇਹ ਨੋਟ ਕਰਨ ਵਾਲੀ ਆ ਕਿ ਉਦੋਂ ਸਾਡਾ ਮਨ ਕਿਤੇ ਬਾਹਰ ਤਾਂ ਨਹੀਂ ਨਿਕਲਦਾ ਸਰੀਰ 'ਚੋਂ, ਕਿਤੇ ਅਸੀਂ ਹੋਰ ਹੀ ਤਾਂ ਨਹੀਂ ਤੁਰੇ ਫਿਰਦੇ। ਚਾਹੇ 15 ਮਿੰਟ ਤੁਸੀਂ ਆਏ ਹੋ, ਚਾਹੇ 5 ਮਿੰਟ, ਚਾਹੇ 2 ਮਿੰਟ ਵੀ ਆਏ ਹੋ, ਦੇਖਣ ਵਾਲੀ ਗੱਲ ਇਹ ਆ ਕਿ ਉਹ 2 ਮਿੰਟ ਤੁਸੀਂ ਆਏ, ਪਰ ਕੀ ਉਹ ਸਰੀਰ ਵਿੱਚੋਂ ਬਾਹਰ ਨਿਕਲ ਗਿਆ ਕਿ ਨਹੀਂ, ਮਨ ਹੈ ਕਿ ਨਹੀਂ ਇੱਥੇ ਅਜੇ। ਇਹ ਚੀਜ਼ਾਂ ਬੜੀਆਂ ਬਰੀਕ ਹਨ, ਇਹਨਾਂ 'ਤੇ ਧਿਆਨ ਦੇਣ ਦੀ ਬੜੀ ਲੋੜ ਆ। ਇਹਨਾਂ 'ਤੇ ਧਿਆਨ ਦਿੱਤੇ ਬਿਨਾਂ ਜੇ ਸੰਗਤ ਕਰੀ ਜਾਈਏ, ਕੋਈ ਵੀ ਬਦਲਾਵ ਬੰਦੇ 'ਚ ਨਹੀਂ ਆਉਂਦਾ ਹੈਗਾ, ਕੋਈ ਉਹਨੂੰ ਫਰਕ ਨਹੀਂ ਪੈਂਦਾ ਉਹਦੇ ਸੁਭਾਅ ਦੇ ਅੰਦਰ। ਪਰ ਮਨ ਨੂੰ ਜੇ ਇਹ ਬਾਣੀ ਸੁਣਾਈਏ ਜ਼ਰੂਰ ਫਰਕ ਪੈਂਦਾ ਹੈ। ਧਨਾਸਰੀ ਛੰਤ ਮਹੱਲਾ ਚੌਥਾ। ਰਾਗ ਹੈ ਧਨਾਸਰੀ, ਗੁਰੂ ਰਾਮਦਾਸ ਜੀ ਦੀ ਬਾਣੀ ਆ। ਘਰ ਪਹਿਲਾ। ਪਹਿਲੇ ਘਰ ਦੇ ਵਿੱਚ ਗਾਉਣ ਲਈ ਕਹਿ ਰਹੇ ਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਇੱਕ ਹੈ, ਓੰਕਾਰ ਉਹਦਾ ਬੋਲ ਆ। ਸੱਚੇ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੋ ਸਕਦੀ ਹੈ, ਹੁੰਦੀ ਰਹੀ ਹੈ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ। ਇੱਥੇ ਮਹਾਰਾਜ ਕਹਿੰਦੇ ਗੁਰੂ ਰਾਮਦਾਸ ਜੀ ਕਿ ਜਿਹੜਾ ਇਨਸਾਨ ਆ ਸੰਗਤ ਵਿੱਚ ਆਉਣਾ ਉਹਦੇ ਵੱਸ ਨਹੀਂ ਹੈ, ਨਾਮ ਜਪਣਾ ਵੀ ਉਹਦੇ ਵੱਸ ਨਹੀਂ ਹੈ, ਗੁਰੂ ਘਰ ਵਿੱਚ ਚੱਲ ਕੇ ਆਉਣਾ ਉਹਦੇ ਹੱਥ ਨਹੀਂ ਹੈ। ਇਹ ਸਭ ਉਹਦੀਆਂ ਕਿਰਪਾ ਦੀਆਂ, ਇਹ ਸਭ ਉਹਦੀਆਂ ਮਿਹਰਾਂ ਦੀਆਂ ਨਿਸ਼ਾਨੀਆਂ ਨੇ ਕਿ ਉਹਨੇ ਤੁਹਾਨੂੰ ਇੰਨੇ ਜੋਗਾ ਕਰ ਦਿੱਤਾ ਕਿ ਤੁਸੀਂ ਉੱਠ ਕੇ ਇੱਥੇ ਅੱਜ ਆਉਣ ਜੋਗੇ ਹੋਏ ਆ। ਤੁਸੀਂ ਉੱਠ ਕੇ ਇੱਥੇ ਸਵਾਸ ਤੁਹਾਨੂੰ ਦਿੱਤੇ ਸਾਨੂੰ, ਤੇ ਅਸੀਂ ਅੱਜ ਇੱਥੇ ਕੁਝ ਆ ਕੇ ਕਰ ਸਕੇ। ਸਾਡੀ ਜਿਹੜੀ ਮੈਂ ਹੈ ਉਹਨੇ ਕੁਝ ਬਖਸ਼ਿਆ ਸਵਾਸਾਂ ਦੀ ਪੂੰਜੀ, ਉਹ ਤੂੰ ਨੇ, ਤੇ ਸਾਡੀ ਮੈਂ ਕੁਝ ਕਰ ਸਕੀ ਆ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਏ ਜੀਓ। ਜੇ ਗੁਰੂ ਸਾਨੂੰ ਮਿਲ ਪਵੇ ਤਾਂ ਠੰਡੇ ਮਤੇ ਦੇ ਨਾਲ, ਪੂਰੇ ਇਕਾਗਰਤਾ ਦੇ ਨਾਲ, ਸਹਿਜ ਭਾਵ ਦੇ ਨਾਲ ਉਹਦੇ ਫਿਰ ਗੁਣ ਗਾਉਣੇ ਚਾਹੀਦੇ ਆ। ਕੋਈ ਹੋਰ ਕੰਮ ਨਹੀਂ ਕਰਨਾ ਚਾਹੀਦਾ ਮਨ 'ਚ। ਜੇ ਗੁਰੂ ਕੋਲ ਆ ਕੇ ਬਹਿ ਗਏ ਹਾਂ, ਫਿਰ ਉਦੋਂ ਹੋਰ ਕੰਮ ਨਹੀਂ ਕਰਨੇ ਬਣਦੇ। ਉਦੋਂ ਸਿਰਫ ਤੇ ਸਿਰਫ ਹੀ ਪਰਮਾਤਮਾ ਦੇ ਗੁਣਾਂ ਬਾਰੇ ਅੰਦਰ ਪਿਆਰ ਬਣਾਉਣਾ ਬਣਦਾ ਹੁੰਦਾ ਹੈ ਜੀ, ਹੋਰ ਨਹੀਂ ਕੰਮ ਕਰਨੇ। ਗੁਣ ਗਾਏ ਵਿਗਸੈ ਸਦਾ ਅਨਦਿਨ, ਜਾਂ ਆਪ ਸਾਚੇ ਭਾਵੇ। ਜਿੱਦਾਂ ਕਿ ਨਿੱਤ ਨਹਾਉਣ ਦੀ ਲੋੜ ਪੈਂਦੀ ਆ, ਨਿੱਤ ਪਾਣੀ ਦੀ ਲੋੜ ਪੈਂਦੀ ਆ, ਭੋਜਨ ਦੀ ਲੋੜ ਪੈਂਦੀ ਆ, ਉਵੇਂ ਹੀ ਨਿੱਤ ਬਾਣੀ ਦੀ ਲੋੜ ਪੈਂਦੀ ਆ, ਭਜਨ ਦੀ ਲੋੜ ਪੈਂਦੀ ਆ। ਉੱਦਾਂ ਹੀ ਨਿੱਤ ਜਿਵੇਂ ਕੱਪੜੇ ਗੰਦੇ ਹੁੰਦੇ ਨੇ ਉਹਨਾਂ ਨੂੰ ਧੋਣ ਦੀ ਲੋੜ ਪੈਂਦੀ ਆ, ਇਵੇਂ ਬਿਲਕੁਲ ਮਨ ਵੀ ਬਹੁਤ ਗੰਦਾ ਹੈ, ਮੈਲਾ ਹੈ, ਉਹਨੂੰ ਵੀ ਨਿੱਤ ਨਹਾਉਣ ਦੀ ਲੋੜ ਪੈਂਦੀ ਆ। ਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੇ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਬਸ ਜਿਹੜੇ ਵੀ ਕੋਈ ਆ ਕੇ ਗੁਰੂ ਵਾਲੇ ਬਣ ਜਾਂਦੇ ਨੇ, ਉਹਨਾਂ ਤੇ ਸਮਝੋ ਉਹਦੀ ਕਿਰਪਾ ਹੀ ਆ ਬਸ, ਮਾਲਕ ਦੀ। ਕਈ ਬੱਚੇ ਐਸੇ ਦੇਖੇ ਗਏ, ਇਹਨਾਂ ਨੂੰ ਬੜਾ ਜ਼ੋਰ ਲਾ ਕੇ ਮਾਂ ਪਿਓ ਨੇ ਕਿਹਾ ਤੂੰ ਬਾਣੀ ਸਿੱਖਿਆ ਕਰ, ਪੜ੍ਹਿਆ ਕਰ, ਉਹ ਕਦੇ ਨਹੀਂ ਪੜ੍ਹਨਗੇ। ਕਈ ਐਸੇ ਨੇ ਉਹ ਆਪਣੇ ਆਪ ਹੀ ਧੁਰੋਂ ਉੱਧਰ ਜੁੜੇ ਹੋਏ ਨੇ, ਕੁਦਰਤੀ।
ਤਾਂ ਇਹ ਸਭ ਕੁਝ ਜੋ ਹੈ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਹ ਸਭ ਕੁਝ ਉਹਦੇ ਕੀਤੇ ਪੂਰਵਲੇ ਕਰਮਾਂ ਕਰਕੇ ਹੀ ਹੈ ਕਿ ਉਹ ਬੱਚਾ ਆਪਣੇ ਆਪ ਹੀ, ਉਹਨੂੰ ਜ਼ਿਆਦਾ ਲਾਉਣ ਦੀ ਲੋੜ ਨਹੀਂ ਪਈ, ਇੱਧਰ ਆ ਗਿਆ ਹੈ। ਤਾਂ ਇਹ ਸਭ ਕਿਰਪਾ ਦੀਆਂ ਨਿਸ਼ਾਨੀਆਂ ਨੇ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਅੱਗੇ ਮਹਾਰਾਜ ਕਹਿੰਦੇ ਆ, ਸਤ ਸੰਗਤ ਮਿਲੇ ਬੜ ਭਾਗ। ਆਪਾਂ ਕਹਿੰਦੇ ਆ ਉਹ ਬੰਦੇ ਦੇ ਇੰਨੀ ਕਿਸਮਤ ਚੰਗੀ ਆ, ਉਹਦੀ ਲਾਟਰੀ ਨਿਕਲ ਗਈ। ਗੁਰੂ ਥੋੜ੍ਹਾ ਜਿਹਾ ਹਟ ਕੇ ਸੋਚਦਾ ਸਾਡੇ ਨਾਲੋਂ। ਆਪਾਂ ਕਹਿੰਦੇ ਉਹਦੀ ਕਿਸਮਤ ਬਹੁਤ ਚੰਗੀ ਆ, ਮਰੱਬਿਆਂ ਦਾ ਮਾਲਕ, ਉਹ ਜਨਮ ਲੈਂਦੇ ਸਾਰ ਬਣ ਗਿਆ, ਅਮੀਰਾਂ ਦੇ ਘਰੇ ਉਹਦਾ ਜਨਮ ਹੋ ਗਿਆ। ਆਪਾਂ ਕਹਿੰਦੇ ਆ ਉਹ ਬੰਦੇ ਦੇ ਘਰੇ ਖੇਤੀਬਾੜੀ ਦੇ ਸਾਰੇ ਹੀ ਤਕਰੀਬਨ ਉਹ ਸਾਰੇ ਹੀ ਔਜ਼ਾਰ ਜਿਹੜੇ ਨੇ ਮੌਜੂਦ ਆ, ਜਿਨ੍ਹਾਂ ਨਾਲ ਖੇਤੀ ਕਰਨੀ ਸੌਖੀ ਹੁੰਦੀ ਆ। ਕਿੱਡੀ ਉਹਦੀ ਕਿਸਮਤ ਚੰਗੀ ਆ। ਹੋਰ ਆਪਾਂ ਕਹਿੰਦੇ ਉਹ ਬੰਦੇ ਦੇ ਖਾਤੇ 'ਚ ਬਹੁਤ ਪੈਸੇ ਆ, ਉਹਨੂੰ ਕੋਈ ਟੈਨਸ਼ਨ ਨਹੀਂ ਲੈਣ ਦੀ ਲੋੜ, ਉਹਦੀ ਕਿਸਮਤ ਬਹੁਤ ਚੰਗੀ ਆ। ਅਸੀਂ ਇੱਦਾਂ ਸੋਚਦੇ ਹਾਂ। ਮਹਾਰਾਜ ਕਹਿੰਦੇ ਨਹੀਂ ਨਹੀਂ, ਉਹ ਬੰਦੇ ਦੀ ਕਿਸਮਤ ਚੰਗੀ ਹੁੰਦੀ ਆ ਜਿਹੜਾ ਗੁਰੂ ਕੋਲ ਆ ਕੇ ਬਹਿਣਾ ਸ਼ੁਰੂ ਕਰ ਦੇਵੇ। ਇਹਨੂੰ ਇਉਂ ਸਮਝੋ, ਗੁਰੂ ਥੋੜ੍ਹਾ ਹੋਰ ਸੋਚਦਾ ਹਟ ਕੇ। ਗੁਰੂ ਮਹਾਰਾਜ ਦੀ ਸੋਚਣੀ 'ਚ ਸਾਡੀ ਸੋਚਣੀ 'ਚ ਹਜੇ ਬਹੁਤ ਜ਼ਿਆਦਾ ਡਿਫਰੈਂਸ ਆ, ਫਰਕ ਬਹੁਤ ਜ਼ਿਆਦਾ ਹੈ। ਕਹਿੰਦੇ ਉਹ ਬੰਦੇ ਦੀ ਲਾਟਰੀ ਅਸਲ ਵਿੱਚ ਨਿਕਲ ਗਈ, ਸਮਝੋ ਕਰੋੜਾਂ ਦੀ, ਕਈ ਕਰੋੜ ਦੀ, ਮਿਲੀਅਨ ਬਿਲੀਅਨ ਦੀ, ਜਿਹੜਾ ਗੁਰੂ ਕੋਲੇ ਆਉਣ ਲੱਗ ਗਿਆ। ਬਸ ਸਤ ਸੰਗਤ ਮਿਲੇ ਬੜ ਭਾਗ, ਤਾਂ ਹਰ ਰਸ ਆਵੇ ਜੀਓ। ਬਸ ਗੁਰੂ ਕੋਲ ਆ ਕੇ ਬਹਿਣਾ ਹੀ, ਬਸ ਤੁਸੀਂ ਬਹਿਣਾ ਹੀ ਆ ਇੱਥੇ ਆ ਕੇ, ਭਾਵੇਂ ਕੁਝ ਨਾ ਕਰੋ, ਫਰਕ ਤੁਹਾਨੂੰ ਤਾਂ ਵੀ ਪੈਣਾ, ਪਰ ਬਹਿਣਾ ਉਹਦੇ ਵਿੱਚ ਫਰਕ ਆ। ਬਸ ਥੋੜ੍ਹਾ ਜਿਹਾ ਮਨ ਨੂੰ ਬਾਹਰ ਨਹੀਂ ਨਿਕਲਣ ਦੇਣਾ, ਅੰਦਰੋਂ ਸਰੀਰ 'ਚੋਂ ਨਹੀਂ ਬਾਹਰ ਜਾਣ ਦੇਣਾ। ਇਹਨੂੰ ਇੱਕ ਆਦਤ ਪਈ ਹੋਈ ਆ ਪੁੱਠੀ ਮਨ ਨੂੰ। ਮਸਕੀਨ ਸਾਹਿਬ ਜੀ ਦੀ ਇੱਕ ਰਵਾਈ ਫਿਰ ਯਾਦ ਆ ਜਾਂਦੀ ਆ, ਬੜੀ ਸੋਹਣੀ ਆ, ਧਿਆਨ ਨਾਲ ਸੁਣਨਾ। ਇਹ ਵੀ ਉਹਨਾਂ ਉਸਤਾਦ ਜਿਹੜੇ ਲੋਕ ਹੁੰਦੇ ਨੇ ਤੇ ਰੱਬ ਨਾਲ ਜੁੜੇ ਜਿਹੜੇ ਹੁੰਦੇ ਨੇ, ਉਹਨਾਂ ਦੀਆਂ ਗੱਲਾਂ ਥੋੜ੍ਹੀਆਂ ਡੂੰਘੀਆਂ ਹੁੰਦੀਆਂ ਨੇ। ਉਰਦੂ 'ਚ ਇੱਕ ਰਵਾਈ, ਇੱਕ ਪੰਜਾਬੀ ਵਿੱਚ, ਕਹਿੰਦੇ ਕੁਝ ਮਾਜੀ ਕੀ ਖਾਕ ਹੂੰ, ਕੁਝ ਮੁਸਤਕ ਬਿਲ ਕਾ ਨੂਰ ਹੂੰ, ਜੀਣਾ ਅਭੀ ਨਹੀਂ ਆਇਆ ਹਾਲ ਸੇ ਅਭੀ ਦੂਰ ਹੂੰ। ਕਹਿੰਦੇ ਮਾਝੀ ਕਹਿੰਦੇ ਨੇ ਨਾ ਬੀਤ ਚੁੱਕੇ ਸਮੇਂ ਨੂੰ। ਮਨ ਕਹਿੰਦੇ ਉੱਥੇ ਰਹਿੰਦਾ ਜਿਹੜਾ ਸਮਾਂ ਲੰਘ ਗਿਆ, ਉਹਦੀਆਂ ਯਾਦਾਂ 'ਚ ਰਹਿੰਦਾ ਮਨ। ਇਉਂ ਹੋਇਆ ਸੀ ਮੇਰੇ ਨਾਲ। ਮਾਝੀ ਉਹਨੂੰ ਕਹਿੰਦੇ ਆ। ਕੁਝ ਮਾਝੀ ਕੀ ਖਾਕ ਹੂੰ, ਇਹ ਮੇਰਾ ਮਨ ਬੀਤੇ ਸਮੇਂ ਦੀ ਮਿੱਟੀ ਆ, ਉਹਦੇ ਵਿੱਚ ਰਹਿੰਦਾ ਹੈ, ਉਹਦੇ ਵਿੱਚ ਚਲਿਆ ਜਾਂਦਾ, ਨਿਕਲ ਜਾਂਦਾ ਸਰੀਰ 'ਚੋਂ ਬਾਹਰ ਨਿਕਲ ਜਾਂਦਾ, ਉੱਥੇ ਭੱਜਿਆ ਫਿਰਦਾ। ਉੱਥੇ ਵੀ ਕੀ ਮੇਰੇ ਨਾਲ ਹੋਇਆ ਸੀ। ਅੱਗੇ ਚੱਲਦੇ ਆ, ਕੁਝ ਮੁਸਤਕ ਬਿਲ ਕਾ ਨੂਰ ਹੂੰ, ਕੁਝ ਮੁਸਤਕ ਬਿਲ ਕਹਿੰਦੇ ਆ ਉਰਦੂ ਦੇ ਵਿੱਚ ਆਉਣ ਵਾਲਾ ਸਮਾਂ, ਜਿਹੜਾ ਹਜੇ ਆਉਣਾ ਵਾ, ਹਜੇ ਪਤਾ ਹੀ ਨਹੀਂ ਕਿਹੋ ਜਿਹਾ ਆਉਣਾ। ਚੰਗਾ ਵੀ ਆ ਸਕਦਾ, ਮਾੜਾ ਵੀ ਆ ਸਕਦਾ, ਪਤਾ ਨਹੀਂ ਨਾ। ਕਹਿੰਦੇ ਉਹਦੀ ਟੈਨਸ਼ਨ 'ਚ ਰਹਿੰਦਾ ਹੈ ਮਨ। ਭਵਿੱਖ ਦੀ ਜਿਹੜੀ ਚਿੰਤਾ, ਫਿਊਚਰ ਦੀ, ਜਿਹਨੂੰ ਫਿਊਚਰ ਕਹਿੰਦੇ ਆ, ਮੁਸਤਕਬਿਲ ਨੂੰ ਉਰਦੂ 'ਚ ਕਹਿੰਦੇ ਆ, ਉੱਥੇ ਮਨ ਰਹਿੰਦਾ ਸਾਡਾ। ਕੁਝ ਮੁਸਤਕਬਿਲ ਕਾ ਨੂਰ ਹੂੰ, ਜੀਣਾ ਵੀ ਨਹੀਂ ਆਇਆ, ਜ਼ਿੰਦਗੀ ਜਿਉਣੀ ਨਹੀਂ ਆਈ ਹਜੇ। ਕਿਉਂ ਪੁੱਛਿਆ ਕਿਸੇ ਨੇ? ਕਿਉਂਕਿ ਹਾਲ ਸੇ ਅਭੀ ਦੂਰ ਹੂੰ। ਹਾਲ ਉਰਦੂ ਦੇ ਵਿੱਚ ਕਹਿੰਦੇ ਆ ਜੋ ਚੱਲ ਰਿਹਾ ਸਮਾਂ, ਹੁਣ ਜਿਵੇਂ ਬੈਠੇ ਆ, ਹਾਲ ਕਹਿੰਦੇ ਆ ਵਰਤਮਾਨ ਨੂੰ, ਜੋ ਚੱਲ ਰਿਹਾ ਸਮਾਂ। ਪੁੱਛਦੇ ਨਹੀਂ ਆਪਾਂ ਤੇਰਾ ਕੀ ਹਾਲ ਆ, ਉਦੋਂ ਪੁੱਛਦੇ ਆ ਜਦੋਂ ਕੋਈ ਮਿਲਦਾ ਵੀ ਹੁਣ ਤੇਰਾ ਕੀ ਹਾਲ ਆ। ਹਾਲ ਸ਼ਬਦ ਉਰਦੂ ਦਾ ਹੈ, ਇਹਦੇ ਅਰਥ ਆ ਵਰਤਮਾਨ, ਤੇਰਾ ਕੀ ਹਾਲ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਕਈ ਵਾਰ ਅਸੀਂ ਬੋਲਦੇ ਹਾਂ, ਸਾਨੂੰ ਪਤਾ ਨਹੀਂ ਹੁੰਦੀਆਂ। ਤਾਂ ਇਹਦਾ ਅਰਥ ਇਹ ਆ ਵੀ ਹੁਣ ਤੂੰ ਦੱਸ, ਵਰਤਮਾਨ ਤੇਰਾ ਕਿਹੋ ਜਿਹਾ ਚੱਲ ਰਿਹਾ ਹੁਣ ਸਮਾਂ, ਕਿਵੇਂ ਆ ਤੂੰ ਇਹਦੇ ਵਿੱਚ। ਤਾਂ ਉਹ ਕਹਿੰਦੇ ਨੇ ਮਨ ਜਾਂ ਤਾਂ ਬੀਤੇ ਸਮੇਂ 'ਚ ਰਹਿੰਦਾ ਹੈ
ਜਾਂ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਰਹਿੰਦਾ ਹੈ, ਪਰ ਮਨ ਜਿੱਥੇ ਹੁੰਦਾ ਉੱਥੇ ਨਹੀਂ ਰਹਿੰਦਾ। ਇਹ ਮਨ ਦੀ ਵੱਡੀ ਪਰੇਸ਼ਾਨੀ ਆ। ਤਾਂ ਇਹ ਠੀਕ ਕਿੱਥੇ ਹੁੰਦਾ? ਸਤ ਸੰਗਤ ਮਿਲੇ ਬੜ ਭਾਗ, ਸੰਗਤ ਵਿੱਚ ਆ ਕੇ ਠੀਕ ਹੁੰਦਾ। ਮਨੁੱਖ ਇੱਕ ਰੋਗ ਹੈ, ਬਾਣੀ ਇੱਕ ਦਵਾਈ ਹੈ। ਜਿਹੜਾ ਵੀ ਠੀਕ ਹੋਣਾ ਚਾਹੁੰਦਾ ਹੈ ਉਹਨੂੰ ਇਹ ਦਵਾਈ ਦੀ ਵਰਤੋਂ ਕਰਨੀ ਪਵੇਗੀ। ਬੰਦਾ ਇੱਕ ਰੋਗ ਹੈ, ਬੰਦੇ ਨੂੰ ਕੋਈ ਰੋਗ ਨਹੀਂ ਹੁੰਦਾ, ਬੰਦਾ ਹੀ ਇੱਕ ਰੋਗ ਆ। ਭਾਈ ਨੰਦ ਲਾਲ ਸਾਹਿਬ ਜੀ, ਬੰਦੇ ਨੂੰ ਕੋਈ ਬਿਮਾਰੀ ਨਹੀਂ ਹੁੰਦੀ, ਬੰਦਾ ਹੀ ਇੱਕ ਰੋਗ ਆ, ਬੰਦਾ ਹੀ ਇੱਕ ਬਿਮਾਰੀ ਆ, ਬੰਦਾ ਹੋਣਾ ਹੀ ਇੱਕ ਬਿਮਾਰੀ ਆ। ਜੇ ਇਹ ਬਿਮਾਰੀ ਆ ਤੇ ਫਿਰ ਦਵਾਈ ਵੀ ਹੈਗੀ ਆ, ਉਹ ਬਾਣੀ ਆ। ਜੇ ਕੋਈ ਠੀਕ ਹੋਣਾ ਚਾਹੁੰਦਾ ਹੈ ਤਾਂ ਉਹਨੂੰ ਇਹ ਦਵਾਈ ਦੀ ਵਰਤੋਂ ਕਰਨੀ ਪਵੇਗੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਇਹ ਕਹਿੰਦੇ। ਇਸ ਕਰਕੇ ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਵੈਰਾਗੀ। ਸਹਿਜ ਵਿੱਚ ਸਮਾ ਜਾਣਾ, ਟਿਕਾ ਦੇ ਵਿੱਚ ਆ ਜਾਣਾ, ਬੜੀਆਂ ਹੀ ਉੱਚੀਆਂ ਗੱਲਾਂ ਹੋ ਜਾਂਦੀਆਂ। ਇਹ ਬਹੁਤ ਜ਼ਿਆਦਾ, ਇਹਨੂੰ ਤਾਂ ਆਪਾਂ ਕਹਿ ਸਕਦੇ ਹਾਂ ਉਹ ਬੰਦੇ ਕੋਲ ਖੜ ਜਾਈਏ ਤੇ ਉਹਦੀ ਬੋਲ ਬਾਣੀ ਮਿੱਠੀ ਆ। ਉਹ ਬੰਦੇ ਦੀਆਂ ਗੱਲਾਂ ਗੱਲੀਆਂ ਹੀ ਗੱਲਾਂ ਨਹੀਂ ਉਹਦੀਆਂ ਚੰਗੀਆਂ, ਖੁਦ ਵੀ ਉਹ ਚੰਗਾ। ਬਸ ਆਹ ਗੱਲਾਂ ਜਿਹੜੀਆਂ ਨੇ ਇਹ ਨਹੀਂ ਕਿਤੇ ਮਿਲਦੀਆਂ। ਇੱਕ ਬੰਦਾ ਉਹ ਆ ਜਿਹਦੀਆਂ ਗੱਲਾਂ ਹੀ ਚੰਗੀਆਂ। ਇਹੋ ਜਿਹੇ ਬਹੁਤ ਤੁਰੇ ਫਿਰਦੇ ਆ। ਕਬੀਰ ਸਾਹਿਬ ਜੀ ਤੋਂ ਪੁੱਛ ਲਿਆ ਕਿਸੇ ਨੇ, ਫਰੀਦ ਜੀ ਤੋਂ ਪੁੱਛ ਲਿਆ ਕਿਸੇ ਨੇ, ਉਹ ਕਹਿੰਦੇ ਗੱਲਾਂ ਵਾਲੇ ਹੈਣ ਕਨੇਰੇ, ਮੋਢੇ ਉੱਤੇ ਡਾਂਗ ਰੱਖ ਬਣੇ ਨਾ ਲੜਾਕਾ ਕੋਈ, ਗੱਤਕੇ ਦੀ ਖੇਡ ਦਾ ਖਿਡਾਰੀ ਹੁੰਦਾ ਕੋਈ ਕੋਈ, ਪਾਸ਼ਕ ਦੀ ਤੱਕੜੀ ਤੋਲਦੇ ਬਥੇਰੇ ਇੱਥੇ, ਸੌਦੇ ਵਿੱਚ ਖਰਾ ਤੇ ਵਿਹਾਰੀ ਹੁੰਦਾ ਕੋਈ ਕੋਈ, ਗੱਲਾਂ ਬਾਤਾਂ ਨਾਲ ਢਿੱਡ ਰੱਬ ਵਾਲਾ ਪਾੜ ਦਿੰਦੇ, ਬੋਲਾਂ ਨੂੰ ਪਗਾਉਣ ਵਾਲਾ ਹੁੰਦਾ ਜੱਗ ਕੋਈ ਕੋਈ। ਤਾਂ ਉਹ ਉਹਨਾਂ ਦੀਆਂ ਗੱਲਾਂ, ਇਹ ਜਿਹੜੇ ਪੂਰੇ ਆ ਬਸ ਕਹਿਣ ਵਿੱਚ। ਗੱਲਾਂ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ। ਗੱਲੀ ਸੋ ਸੱਜਣ ਵੀ, ਫਰੀਦਾ ਗੱਲਾਂ ਵਾਲੇ ਵੀ ਮਿਲ ਗਏ। ਇੱਕ ਟੂਡੇਂਦੀ ਨਾ ਲਹਾਂ ਪਰ ਇੱਕ ਨਿਉ ਮਿਲਿਆ, ਜਿਹਦੀਆਂ ਗੱਲਾਂ ਵੀ ਚੰਗੀਆਂ ਸੀ, ਜਿਹੜਾ ਖੁਦ ਵੀ ਚੰਗਾ ਸੀ। ਇਸ ਕਰਕੇ ਤੁਸੀਂ ਰੱਬ ਅੱਗੇ ਅਰਦਾਸ ਕਰੋ, ਆਪਣੇ ਰੱਬ ਅੱਗੇ, ਤੁਹਾਡੀਆਂ ਗੱਲਾਂ ਹੀ ਨਾ ਚੰਗੀਆਂ ਹੋਣ, ਤੁਸੀਂ ਖੁਦ ਵੀ ਚੰਗੇ ਹੋਵੋ। ਇਹ ਅਰਦਾਸ ਕਰਨੀ ਚਾਹੀਦੀ ਮਾਲਕ ਅੱਗੇ, ਵਾਹਿਗੁਰੂ, ਕਿ ਮੈਂ ਇਹ ਮਖੌਟੇ ਲਾ ਕੇ ਦੁਨੀਆ 'ਚ ਨਾ ਵਿਚਰਾਂ, ਜੋ ਮੈਂ ਕਹਿਣਾ ਹਾਂ ਉਹ ਕਵਾਂ, ਪੂਰਾ ਵੀ ਕਰਾਂ, ਬਚਨ ਦਾ ਬਲੀ ਵੀ ਹੋ ਜਾ। ਤਾਂ ਹਰ ਇੱਕ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ। ਇੱਕ ਕਿਤਾਬ ਪੜ੍ਹ ਰਿਹਾ ਸੀ ਮੈਂ, ਨਾਮ ਹੈ ਉਹਦਾ ਵਿਛੜੀ ਰੂਹ। ਵਿਛੜੀ ਰੂਹ ਕਿਤਾਬ ਦਾ ਨਾਮ। ਉਹਦੇ ਵਿੱਚ ਇੱਕ ਗੱਲ ਲਿਖੀ ਆ, ਬੜੀ ਸੋਹਣੀ ਆ, ਇਹਦੇ ਨਾਲ ਮਿਲਦੀ ਪੰਕਤੀ ਨਾਲ। ਗੁਰੂ ਰਾਮਦਾਸ ਜੀ ਇੱਥੇ ਕਹਿੰਦੇ ਨੇ ਕਿ ਗੁਰੂ ਦਾ ਸਿੱਖ ਖੁਸ਼ੀ 'ਚ ਬਾਹਲੀ ਖੁਸ਼ੀ ਨਹੀਂ ਮਨਾਉਂਦਾ ਤੇ ਗਮ ਦੇ ਵਿੱਚ ਉਹ ਦੁਖੀ ਨਹੀਂ ਹੁੰਦਾ। ਸੰਪੈ ਦੇਖ ਨਾ ਹਰਖੀਐ, ਵਿਪਤ ਦੇਖ ਨਾ ਰੋਏ। ਸੰਪੈ ਕਹਿੰਦੇ ਨੇ ਜਦੋਂ ਘਰ ਵਿੱਚ ਕੋਈ ਚੀਜ਼ ਆ ਜੇ, ਕੋਈ ਮਹਿੰਗੀ ਚੀਜ਼ ਆ ਜੇ, ਕੋਈ ਵੀ ਵੱਡੀ ਚੀਜ਼, ਉਹ ਪੈਰ ਨਹੀਂ ਛੱਡਦਾ। ਵਿਪਤ ਦੇਖ ਨਾ ਰੋਏ, ਵਿਪਤ ਕਹਿੰਦੇ ਨੇ ਦੁੱਖ ਨੂੰ, ਦੁੱਖ ਦੇ ਸਮੇਂ ਉਹ ਚੀਕਾਂ ਨਹੀਂ ਮਾਰਦਾ, ਦੋਨਾਂ 'ਚ ਬਸ ਬਣਿਆ ਰਹਿੰਦਾ। ਤਾਂ ਉਹ ਕਿਤਾਬ ਵਿੱਚ ਇਹ ਲਿਖਿਆ ਸੀ ਵਿਛੜੀ ਰੂਹ ਦੇ ਵਿੱਚ, ਕਹਿੰਦੇ ਉਹ ਬੰਦੇ, ਉਹ ਇਨਸਾਨ ਜਿਹੜੇ ਇਹ ਗੱਲ ਸਮਝ ਜਾਂਦੇ ਆ ਕਿ 4 ਦਿਨਾਂ ਦੇ ਅਸੀਂ ਪ੍ਰਾਹੁਣੇ ਆ। ਉਹ ਗੱਲ ਨੂੰ ਸਮਝਿਓ। ਜਿਹੜੇ ਬੰਦੇ ਇਹ ਗੱਲ ਆਪਦੇ ਦਿਲ ਤੇ ਲਿਖ ਲੈਂਦੇ ਆ, ਇੱਕ ਤਾਂ ਉਹੀ ਆਪਾਂ ਕਹਿੰਦੇ ਆ ਨਾ ਵੀ ਹਾਂ ਮਰ ਜਾਣਾ, ਇਹ ਐਸੇ ਬੰਦੇ ਉਹੀ ਕਹੀ ਜਾਂਦੇ, ਉਹਨਾਂ ਦੇ ਅੰਦਰ ਨਹੀਂ ਇਹ ਗੱਲਾਂ ਹੈਗੀਆਂ ਵੀ ਆਪਾਂ ਵੀ ਚਲੇ ਹੀ ਜਾਣਾ ਇੱਕ ਦਿਨ। ਕਿਸੇ ਦੇ ਸੰਸਕਾਰ ਤੇ ਆ ਕੇ 2 ਮਿੰਟ ਆਪਾਂ ਕਹਿੰਦੇ ਵੀ ਆਪਾਂ ਵੀ ਤੁਰ ਜਾਣਾ, ਕੋਈ ਨਾ, ਇਹ ਨਹੀਂ, ਐਵੇਂ ਨਹੀਂ। ਉਹ ਬੰਦੇ ਜਿਨ੍ਹਾਂ ਨੇ ਆਪਣੇ ਦਿਲ ਤੇ ਗੱਲ ਲਿਖੀ ਆ ਕਿ ਅਸੀਂ ਵਾਕਈ 4 ਦਿਨਾਂ ਦੇ ਪ੍ਰਾਹੁਣੇ ਆ, ਉਹਨਾਂ ਬੰਦਿਆਂ ਨੂੰ ਕਿਸੇ ਦੀ ਕੀਤੀ ਹੋਈ ਨਿੰਦਿਆ ਤੇ ਕਿਸੇ ਦੀ ਕੀਤੀ ਹੋਈ ਵਾਹ ਵਾਹ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਬੰਦੇ ਜਿਨ੍ਹਾਂ ਨੇ ਇਹ ਗੱਲ ਆਪਣੇ ਦਿਲ ਤੇ ਲਿਖੀ ਆ ਕਿ ਅਸੀਂ 4 ਦਿਨਾਂ ਦੇ ਪ੍ਰਾਹੁਣੇ ਆ, ਉਹ ਨਹੀਂ, ਜਿਨ੍ਹਾਂ ਨੇ ਦਿਲ ਤੇ ਲਿਖੀ ਆ, ਉਹਨਾਂ ਨੂੰ ਕਿਸੇ ਦੀ ਕੀਤੀ ਹੋਈ ਨਿੰਦਿਆ
ਕੋਈ ਉਹਨਾਂ ਨੂੰ ਮਾੜਾ ਕਹੀ ਚੱਲੇ, ਕੋਈ ਉਹਨਾਂ ਨੂੰ ਚੰਗਾ ਕਹੀ ਚੱਲੇ, ਦੋਨਾਂ ਨਾਲ ਕੋਈ ਫਰਕ ਨਹੀਂ ਪੈਂਦਾ, ਬਿਲਕੁਲ ਵੀ। ਹਰ ਇੱਕ ਸੋਗ ਦੋਹਾਂ ਤੇ ਮੁਕਤਾ, ਇਹ ਪੰਕਤੀ ਇੱਥੇ ਆਈ ਹੈ। ਦੋਹਾਂ ਗੱਲਾਂ ਤੋਂ ਮੁਕਤ ਹੋ ਜਾਂਦਾ। ਹਜੇ ਅਸੀਂ ਕਹਿੰਦੇ ਆ ਵੀ ਸਾਡੀ ਵਾਹ ਤਾਂ ਹੋਵੇ, ਨਿੰਦਿਆ ਨਾ ਹੋਵੇ, ਇਵੇਂ ਹੁੰਦਾ ਹੀ ਨਹੀਂ ਕਦੇ। ਮਹਾਤਮਾ ਬੁੱਧ ਜੀ ਕਹਿੰਦੇ ਦੁਨੀਆ 'ਚ ਇਹੋ ਜਿਹਾ ਇੱਕ ਵੀ ਬੰਦਾ ਪੈਦਾ ਹੀ ਨਹੀਂ ਹੋਇਆ ਜਿਹਦੀ ਅੱਜ ਤੱਕ ਨਿੰਦਿਆ ਨਾ ਹੋਈ ਹੋਵੇ। ਧੰਮਪਦ ਉਹਨਾਂ ਦਾ ਗ੍ਰੰਥ ਆ, ਉਹਦੇ ਵਿੱਚ ਕਹਿੰਦੇ ਆ ਦੁਨੀਆ 'ਚ ਇਹੋ ਜਿਹਾ ਬੰਦਾ ਪੈਦਾ ਹੀ ਨਹੀਂ ਹੋਇਆ ਜਿਹਦੀ ਅੱਜ ਤੱਕ ਨਿੰਦਿਆ ਹੀ ਨਾ ਹੋਈ ਹੋਵੇ। ਬਾਬੇ ਨਾਨਕ ਨੂੰ ਵੀ ਲੋਕਾਂ ਨੇ ਕਰਾਈਆ ਕਹਿਤਾ ਸੀ, ਉਹ ਭਾਈ ਮਰਦਾਨਾ ਜੀ ਨੂੰ ਉਹਨਾਂ ਦਾ ਡੂਮ ਕਹਿਤਾ ਸੀ, ਗੁਰੂ ਅੰਗਦ ਦੇਵ ਜੀ ਨੂੰ ਕਹਿਤਾ ਕੁੜਮਾਂ ਦਾ ਪਾਣੀ ਢੋਂਦਾ ਹੈ, ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਮਲਾ ਕਿਹਾ, ਨਿਥਾਵਾ ਕਿਹਾ, ਗੁਰੂ ਰਾਮਦਾਸ ਜੀ ਦੇ ਸੰਬੰਧ ਵਿੱਚ ਵੀ ਆਖਿਆ ਇਹ ਤਾਂ ਬੇਆਸਰਾ ਜਿਹਾ ਹੈ, ਇਹਦਾ ਕੋਈ ਸਹਾਰਾ ਨਹੀਂ। ਤਾਂ ਇੱਦਾਂ ਕਰਕੇ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਨੇ। ਤਾਂ ਜੇ ਤੁਸੀਂ ਇਹ ਚੀਜ਼ਾਂ ਤੋਂ ਮੁਕਤ ਹੋਣਾ ਚਾਹੁੰਦੇ ਹੋ ਨਾ, ਕਿ ਮੈਨੂੰ ਕਿਸੇ ਦੀ ਸੋਭਾ ਨਾਲ ਮੇਰੀ ਕੋਈ ਆ ਕੇ ਸੋਭਾ ਕਰੇ ਵੀ ਤੂੰ ਚੰਗਾ ਹੀ ਆ, ਬਹੁਤ ਚੰਗਾ, ਉਹਦੇ ਨਾਲ ਕੋਈ ਫਰਕ ਨਾ ਪਵੇ, ਤੇ ਕੱਲ੍ਹ ਨੂੰ ਉਹ ਆ ਕੇ ਨਿੰਦਿਆ ਕਰ ਦੇਵੇ, ਮੈਨੂੰ ਤਾਂ ਵੀ ਕੋਈ ਫਰਕ ਨਾ ਪਵੇ, ਤਾਂ ਤੁਹਾਨੂੰ ਆਪਣੇ ਦਿਲ 'ਤੇ ਗੱਲ ਲਿਖਣੀ ਪਵੇਗੀ ਕਿ ਮੈਂ 4 ਦਿਨਾਂ ਦਾ ਪ੍ਰਾਹੁਣਾ ਹਾਂ। ਇਹ ਤੁਹਾਨੂੰ ਲਿਖਣੀ ਪਊਗੀ ਗੱਲ। ਕਿਸੇ ਡਾਇਰੀ 'ਤੇ ਲਿਖੋਗੇ, ਡਾਇਰੀ ਖਰਾਬ ਹੋ ਜੂਗੀ, ਪਾਣੀ ਨਾਲ ਭਿੱਜ ਜੂਗੀ, ਹੋ ਸਕਦਾ ਰੱਖ ਕੇ ਕਿਤੇ ਭੁੱਲ ਜਾਓ, ਬੰਦਾ ਇੰਨੀ ਟੈਨਸ਼ਨ 'ਚ ਰਹਿੰਦਾ। ਲਿਖਣੀ ਹੁੰਦੀ ਆ ਕੋਈ ਗੱਲ, ਤੁਹਾਨੂੰ ਦਿਲ 'ਤੇ ਲਿਖੋ, ਖਾਸ ਕਰਕੇ ਚੰਗੀਆਂ ਗੱਲਾਂ ਨੂੰ। ਮਾੜੀਆਂ ਗੱਲਾਂ ਨੂੰ ਲਿਖਣਾ ਹੈ, ਕਿਸੇ ਦੀਆਂ ਬੁਰਾਈਆਂ ਨੂੰ, ਉਹ ਪਾਣੀ 'ਤੇ ਲਿਖੋ, ਉਹ ਪਾਣੀ 'ਤੇ ਲਿਖੋ ਵੀ ਛੇਤੀ ਮਿਟ ਜਾਣ, ਤੁਸੀਂ ਭੁੱਲ ਜਾਓ ਉਹਨਾਂ ਨੂੰ। ਮਾੜੇ ਸਮੇਂ ਨੂੰ ਪਾਣੀ 'ਤੇ ਲਿਖੋ, ਪਾਣੀ ਅੰਦਰ ਲੀਕ ਜਿਉਂ ਤੇ ਸਦਾ ਥਾਓ ਨਾ ਥੇ ਹੋ, ਪਾਣੀ 'ਤੇ ਲਿਖੋ ਉਹਨਾਂ ਨੂੰ। ਚੰਗੀਆਂ ਗੱਲਾਂ ਨੂੰ ਦਿਲ 'ਤੇ ਲਿਖੋ। ਇਹ ਚੀਜ਼ਾਂ ਨੂੰ ਕਰਨ ਦੀ ਲੋੜ ਹੈ। ਗੁਰੂ ਮਹਾਰਾਜ ਜੀ ਅੱਗੇ ਕਹਿੰਦੇ ਆ, ਅਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਧਿਆਇਆ, ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਹੋ ਮਿਲਾਏ, ਮੈਲ ਹਰ ਪਾਵੇ ਜੀਓ। ਬਸ ਉਸਤਤ, ਨਿੰਦਿਆ, ਹਰਖ, ਸੋਗ ਤੇ ਇਹ ਚੀਜ਼ਾਂ ਖੁਸ਼ੀ ਗਮੀ ਆਉਂਦੀਆਂ ਜਾਂਦੀਆਂ ਰਹਿੰਦੀਆਂ। ਬੰਦੇ ਦੀ ਉਸਤਤ ਵੀ ਹੋਈ ਜਾਂਦੀ ਆ, ਬੰਦੇ ਦੀ ਵਡਿਆਈ ਵੀ ਹੋਈ ਜਾਂਦੀ ਆ। ਜਿੰਨਾ ਤੁਹਾਨੂੰ ਲੋਕ ਵੱਧ ਜਾਣਨਗੇ, ਜਿੰਨੇ ਵੱਧ ਲੋਕਾਂ ਦੇ ਸੰਪਰਕ 'ਚ ਤੁਸੀਂ ਆਓਗੇ, ਓਨੀ ਤੁਹਾਡੀ ਉਸਤਤ ਤੇ ਨਿੰਦਿਆ ਵੱਧਦੀ ਜਾਊਗੀ। ਜੇ ਤੁਹਾਨੂੰ ਕੋਈ ਜਾਣਦਾ ਹੀ ਨਹੀਂ ਹੈਗਾ, ਫਿਰ ਤੁਹਾਡੀ ਕੀ ਉਸਤਤ ਹੋਣੀ ਆ, ਕੀ ਵਡਿਆਈ ਹੋਣੀ ਹੈ, ਕੀ ਨਿੰਦਿਆ ਹੋਣੀ ਹੈ। ਜਿੰਨੇ ਲੋਕਾਂ ਨੂੰ ਜਿੰਨੇ ਲੋਕ ਵੱਧ ਜਾਣਨਗੇ, ਉਹਨਾਂ ਦੀ ਓਨੀ ਵਡਿਆਈ ਹੋਊਗੀ ਜਾਂ ਉਹਨਾਂ ਦੀ ਨਿੰਦਿਆ ਹੋਊਗੀ। ਬੰਦੇ ਦਾ ਸੁਭਾਅ ਬਸ ਇਹੀ ਆ, ਉਹ ਗੱਲ ਵਧਾ ਕੇ ਕਰੂਗਾ ਜਾਂ ਗੱਲ ਘਟਾ ਕੇ ਕਰੂਗਾ। ਉਹ ਜੋ ਗੱਲ ਹੁੰਦੀ ਆ ਉਹ ਕਹਿੰਦਾ ਹੀ ਨਹੀਂ ਬੰਦਾ। ਗੁਰੂ ਤੋਂ ਬਿਨਾਂ ਉਹਨੂੰ ਸਮਝ ਹੀ ਨਹੀਂ ਆਉਂਦੀ ਵੀ ਉਹ ਆਪਾਂ ਉਵੇਂ ਹੀ ਕਹਿਣੀ ਆ ਗੱਲ। ਬੰਦਾ ਕਿਸੇ ਦੇ ਕੋਲ ਵੀ ਖੜਾ ਨਾ, ਕੋਈ ਗੱਲ ਉਹਨੇ ਕਿਤੋਂ ਵੇਖੀ ਆ, ਉਹ ਉਵੇਂ ਕਹਿ ਨਹੀਂ ਪਾਉਂਦਾ, ਉਹਨੂੰ ਵਧਾ ਕੇ ਕਹਿ ਦੂਗਾ ਜਾਂ ਆਪਦੇ ਕੋਲੋਂ ਘਟਾ ਦੂਗਾ। ਇਨਸਾਨ ਦੀ ਇੱਕ ਫਿਤਰਤ ਹੀ ਆ, ਪ੍ਰਮਾਤਮਾ ਦੇ ਵੱਲੋਂ ਹੀ ਆ ਇਹ, ਵੀ ਉਹ ਗੱਲ ਉਵੇਂ ਨੂੰ ਕਹਿ ਹੀ ਨਹੀਂ ਸਕਦਾ। ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਆ, ਉਹ ਜੋ ਹੁੰਦਾ ਉਹ ਕਹਿਣ ਲੱਗ ਜਾਂਦਾ ਹੈ। ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਓ। ਜਦੋਂ ਰੱਬ ਦੀ ਕਿਰਪਾ ਹੋ ਗਈ, ਉਹਨੇ ਸਾਧ ਸੰਗਤ ਵਿੱਚ ਲਿਆ ਕੇ ਤੁਹਾਨੂੰ ਬਿਠਾ ਦੇਣਾ ਹੈ, ਤਾਂ ਉਹ ਸੰਗਤ ਵਿੱਚ ਤੁਹਾਡਾ ਭੱਜਦਾ ਹੋਇਆ ਮਨ ਟਿਕ ਜਾਣਾ ਹੈ। ਉੱਥੇ ਤੁਸੀਂ ਆਪਦੇ ਦਿਲ 'ਤੇ ਗੱਲ ਲਿਖ ਲੈਣੀ ਆ ਕਿ ਮੈਂ 4 ਦਿਨਾਂ ਦਾ ਪ੍ਰਾਹੁਣਾ ਹਾਂ। ਕਬੀਰ ਮਾਟੀ ਕੇ ਹਮ ਪੁੱਤਰੇ, ਮੈਂ ਮਿੱਟੀ ਦਾ ਪੁਤਲਾ ਹਾਂ। ਕਬੀਰ ਸਾਹਿਬ ਨੇ ਗੱਲ ਕਹੀ ਨਹੀਂ, ਦਿਲ 'ਤੇ ਲਿਖੀ ਹੋਈ ਸੀ। ਮਾਟੀ ਕੇ ਹਮ ਪੁੱਤਰੇ, ਮਾਨਸ ਰਾਖਿਓ ਨਾਉ, ਮੈਂ ਮਨੁੱਖ ਹਾਂ, ਮਨੁੱਖ ਮੇਰਾ ਨਾਮ ਆ। ਉਹ ਵੀ ਰੱਖਿਆ ਹੀ ਆ, ਉਹ ਵੀ ਭਾਸ਼ਾ ਹੀ ਹੈ, ਇੱਕ ਮਨੁੱਖ ਵੀ ਇੱਕ ਨਾਮ ਦੇਤਾ। ਮੈਂ ਅਸਲ 'ਚ ਮਿੱਟੀ ਦਾ ਪੁਤਲਾ ਹਾਂ। ਪਰ 4 ਦਿਵਸ ਕੇ ਪ੍ਰਾਹੁਣੇ, ਵੱਡ ਵੱਡ ਰੂਧੇ ਠਾਓ। ਭਾਵੇਂ ਮੈਂ 4 ਦਿਨਾਂ ਦਾ ਪ੍ਰਾਹੁਣਾ ਹਾਂ, ਲੋਕ ਭਾਵੇਂ 4 ਦਿਨਾਂ ਦੇ ਪ੍ਰਾਹੁਣੇ ਆ,
ਪਰ ਉਹ ਹਉਮੈ ਚ ਆ ਕੇ ਵੱਡੀਆਂ ਵੱਡੀਆਂ ਥਾਵਾਂ ਮੱਲੀ ਫਿਰਦੇ ਆ। ਕਬੀਰ ਜੀ ਕਹਿੰਦੇ ਆ, ਭਾਈ ਨੰਦ ਲਾਲ ਜੀ ਕਹਿੰਦੇ, ਮਨੁੱਖ ਨੂੰ ਕੋਈ ਬਿਮਾਰੀ ਨਹੀਂ ਹੁੰਦੀ, ਬੰਦੇ ਨੂੰ ਕੋਈ ਬਿਮਾਰੀ ਨਹੀਂ ਹੁੰਦੀ, ਬੰਦਾ ਹੀ ਬਿਮਾਰੀ ਆ। ਤੇ ਜੇ ਬੰਦਾ ਬਿਮਾਰੀ ਆ, ਬੰਦਾ ਹੀ ਰੋਗ ਆ, ਤਾਂ ਇੱਕ ਦਵਾਈ ਵੀ ਹੈਗੀ ਆ। ਨਿਰਾਸ਼ ਹੋਣ ਦੀ ਲੋੜ ਨਹੀਂ, ਉਹ ਬਾਣੀ ਆ, ਉਹ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਆ। ਜਿਹੜਾ ਬੰਦਾ ਬਿਮਾਰ ਆ ਉਹਨੂੰ ਤਾਂ ਫਿਰ ਦਵਾਈ ਦੀ ਲੋੜ ਪੈਣੀ ਹੀ ਪੈਣੀ ਆ। ਤਾਂ ਇਸ ਕਰਕੇ ਸਾਨੂੰ ਬਾਣੀ ਦੀ ਲੋੜ ਆ। ਬੰਦੇ ਨੂੰ ਕੋਈ ਇਹ ਸਮਝੋ, ਐਂ ਨਾ ਕਹੋ ਮੈਨੂੰ ਬਿਮਾਰੀ ਕੋਈ ਲੱਗੀ ਆ, ਐਂ ਕਹੋ ਮੈਂ ਹੀ ਬਿਮਾਰੀ ਹਾਂ। ਹਉਮੈ ਇਹੋ ਸਰੀਰ ਹੈ, ਬਸ ਹਉਮੈ ਜਿਹੜਾ ਹੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ। ਹਉਮੈ ਆ ਜਿਹੜਾ ਸਰੀਰ ਕੀ ਕਾਹਦਾ ਬਣਿਆ, ਹਉਮੈ ਕਰਕੇ ਹੀ ਸਰੀਰ ਮਿਲਿਆ ਨਾ, ਹਉਮੈ ਕਰਕੇ ਹੀ ਆ ਗਏ ਧਰਤੀ ਤੇ। ਜੇ ਹਉਮੈ ਨਾ ਹੁੰਦੀ ਤਾਂ ਬੂੰਦ ਸਮੁੰਦਰ 'ਚ ਮਿਲ ਜਾਂਦੀ, ਫਿਰ ਖਤਮ ਹੋ ਜਾਂਦੀ ਖੇਡ। ਹਉਮੈ ਹੀ ਆ ਬਸ ਸਰੀਰ ਸਾਰਾ, ਇਹ ਰੋਗ ਹੈ। ਬਾਣੀ ਇਹਦੀ ਦਵਾਈ ਆ। ਹਰ ਬੰਦੇ ਨੂੰ ਬਾਣੀ ਦੀ ਲੋੜ ਹੁੰਦੀ ਹੈ, ਇਹ ਮਹਾਰਾਜ ਨੇ ਕਿਹਾ, ਇਹਦੀ ਸਾਨੂੰ ਲੋੜ ਆ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਡੇਲੀ ਆਪਾਂ ਰੂਟੀਨ ਦੇ ਵਿੱਚ ਹਰ ਰੋਜ਼ ਅੰਨ ਦਿਨ ਹੀ ਸਾਖੀ ਦੀ ਸਾਂਝ ਪਾਉਂਦੇ ਹਾਂ। ਲੜੀਵਾਰ ਉਹਨਾਂ ਦਾ ਜੀਵਨ ਆਪਾਂ ਇਹ ਰੋਜ਼ ਵਿਚਾਰਦੇ ਹਾਂ। ਉਹਦੇ ਵਿੱਚੋਂ ਇੱਕ ਸਾਖੀ ਆਪ ਜੀ ਪਿਆਰ ਨਾਲ ਸਰਵਣ ਕਰੋ ਜੀ। ਗੁਰੂ ਨਾਨਕ ਦੇਵ ਜੀ 12 ਸਾਲਾਂ ਦੇ ਹੋ ਗਏ ਜਦੋਂ, ਉੱਥੋਂ ਤੱਕ ਆਪ ਜੀ ਨੇ ਸਰਵਣ ਕੀਤਾ ਕਿ ਉਹ ਮੱਝੀਆਂ ਦੇ ਛੇੜੂ ਬਣ ਗਏ। ਮੱਝੀਆਂ ਗਾਵਾਂ ਚਰਾਉਣ ਵਾਲੇ, ਉਹ ਮੱਝਾਂ ਗਾਵਾਂ ਜ਼ਿਮੀਂਦਾਰ ਦੇ ਇੱਕ ਖੇਤ 'ਚ ਚਲੀਆਂ ਗਈਆਂ। ਉਹ ਸਭ ਨਿਬੇੜਾ ਜਦੋਂ ਹੋ ਗਿਆ, ਅਗਲੇ ਦਿਨ ਫੇਰ ਮੱਝਾਂ ਗਾਵਾਂ ਲੈ ਕੇ ਆਉਂਦੇ ਨੇ ਤੇ ਉਹਨਾਂ ਨੂੰ ਚਰਾਉਣ ਲਈ ਭੇਜ ਦਿੱਤਾ ਤੇ ਆਪ ਉੱਥੇ ਲੇਟ ਗਏ। ਉੱਥੇ ਖੇਤ ਜਿਹੜਾ ਬਣਿਆ ਸੀ ਉੱਥੇ ਲੇਟ ਗਏ, ਆਰਾਮ ਕਰਨ ਲੱਗ ਗਏ। ਆਰਾਮ ਕਾਹਦਾ ਸੀ ਉਹਨਾਂ ਦਾ, ਆਰਾਮ ਵਿੱਚ ਵੀ ਬੰਦਗੀ ਸੀ। ਇਹਨਾਂ ਦਾ ਸੌਣਾ ਵੀ ਜਾਗਣਾ ਹੀ ਹੁੰਦਾ, ਸਾਡਾ ਜਾਗਣਾ ਵੀ ਸੌਣਾ ਹੀ ਹੁੰਦਾ। ਤੇ ਉਹਦੇ ਵਿੱਚ ਰੱਬ ਰੱਬ ਕਰਨ, ਉਹ ਮੱਝਾਂ ਗਾਵਾਂ ਥੋੜ੍ਹਾ ਜਿਹਾ ਘਾਹ ਚਰਨ, ਗੁਰੂ ਨਾਨਕ ਜੀ ਵੱਲ ਤੱਕਣ, ਇਉਂ ਲੱਗਣ ਭਾਈ ਵੀਰ ਸਿੰਘ ਜੀ ਕਹਿੰਦੇ ਜਿਵੇਂ ਉਹ ਵੀ ਇਹਨਾਂ ਦੇ ਇਹ ਜੋ ਮਦਰ ਬੋਲ ਨੇ ਇਹ ਸੁਣਦੀਆਂ ਨੇ। ਉਹਨਾਂ ਨੂੰ ਭੁੱਖ ਵੀ ਲੱਗਦੀ ਆ, ਉੱਧਰਲੀ ਤੇ ਇੱਧਰਲੀ ਭੁੱਖ ਵੀ ਲੱਗਦੀ ਆ। ਇੱਕ ਤਾਂ ਉਹ ਕਹਿੰਦੀਆਂ ਨੇ ਘਾਹ ਵੀ ਅਸੀਂ ਚਰ ਲਈਏ, ਛਕ ਲਈਏ। ਇੱਕ ਉਹ ਕਹਿੰਦੀਆਂ ਨੇ ਕਿਤੇ ਉਹ ਬਾਣੀ ਵੀ ਨਾ ਸੁਣਨ ਨੂੰ ਰਹਿ ਜਾਈਏ। ਨਾਲੇ ਉਹ ਘਾਹ ਚਰੀ ਜਾਂਦੀਆਂ ਨੇ, ਨਾਲੇ ਸੁਣੀ ਜਾਂਦੀਆਂ ਨੇ। ਉਹ ਮੱਝਾਂ ਗਾਵਾਂ ਉਹ ਵਾਲੀਆਂ ਜਿਹੜੀਆਂ ਸੀ। ਉਹ ਰਾਏ ਬਲਾਰ ਜੀ ਉੱਥੋਂ ਲੰਘੇ ਤੇ ਨਾ ਇਹਨੂੰ ਇੱਕ ਸਰਪ ਹੁੰਦਾ, ਉਹਦੀ ਨਸਲ ਉਹਨੂੰ ਭਾਈ ਵੀਰ ਸਿੰਘ ਜੀ ਕਹਿੰਦੇ ਕਿੰਗ ਕੋਬਰਾ ਕਹਿੰਦੇ ਇੰਗਲਿਸ਼ ਦੇ ਵਿੱਚ, ਤਾਂ ਪਰ ਉਹਨੂੰ ਛੱਜਲੀ ਵਾਲਾ ਸੱਪ ਵੀ ਕਹਿੰਦੇ ਆ, ਜਾਂ ਉਹਨੂੰ ਫਨੀਅਰ ਵੀ ਕਹਿੰਦੇ ਨੇ, ਫਨ ਵਾਲਾ ਵੀ ਕਹਿੰਦੇ ਨੇ। ਇਹਦੇ ਕਈ ਨਾਮ ਆਏ ਨੇ। ਇਹ ਕਿੰਗ ਕੋਬਰਾ ਉਹਨੂੰ ਕਹਿੰਦੇ ਨੇ ਇੰਗਲਿਸ਼ ਦੇ ਵਿੱਚ। ਉਹਦਾ ਜਿਹੜਾ ਫਨ ਹੁੰਦਾ ਉਹ ਛੱਜ ਦੇ ਜਿੰਨਾ ਚੌੜਾ ਬਣ ਜਾਂਦਾ। ਉਹਦੇ ਵਿੱਚ ਹੈ ਪਰਮਾਤਮਾ ਵੱਲੋਂ ਹੀ ਬਣਾਇਆ ਇੱਦਾਂ ਦਾ। ਉਹ ਗੁਰੂ ਨਾਨਕ ਦੇਵ ਜੀ ਕੋਲ ਆਇਆ ਤੇ ਉਦੋਂ ਧੁੱਪ ਪੈਣ ਲੱਗ ਗਈ, ਕਿਤੇ ਗਰਮੀ ਦਾ ਮੌਸਮ ਸੀ ਤੇ ਉਹ ਛੱਜਲੀ ਵਾਲਾ ਜਿਹੜਾ ਸੱਪ ਸੀ ਉਹਨੇ ਛਾਂ ਕਰਤੀ ਉੱਥੇ ਆ ਕੇ। ਤੇ ਰਾਏ ਬਲਾਰ ਜੀ ਉਹਨੂੰ ਘੋੜੇ ਤੇ ਸਵਾਰ ਹੋ ਕੇ ਲੰਘੇ ਆ, ਰਾਜੇ ਸੀ ਉੱਥੋਂ ਦੇ। ਉਹ ਦੇਖਿਆ ਕਿ ਇੱਕ ਸਰਪ, ਇਹ ਕੌਣ ਹੈ, ਸੁੱਤਾ ਪਿਆ ਕੋਈ ਜਵਾਕ ਹੈ 12 ਸਾਲਾਂ ਦਾ। ਜਦੋਂ ਨੇੜੇ ਆਏ ਕਹਿੰਦੇ ਅਫਸੋਸ ਆ, ਇਹ ਸੱਪ ਨੇ ਇਹਨੂੰ ਡੰਗ ਲਿਆ। ਦੂਰੋਂ ਤਾਂ ਵੇਖਣ ਤੇ ਇਉਂ ਲੱਗੇ ਵੀ ਇਹ ਸੱਪ ਨੇ ਇਹਨੂੰ ਡੰਗ ਲਿਆ। ਫਨ ਖਿਲਾਰੀ ਜੋ ਬੈਠਾ ਹੈ ਆਪਦਾ ਨੇਜਾ ਲੈ ਕੇ ਘੋੜੇ ਤੇ ਬੜੀ ਤੇਜ਼ੀ ਵੱਲ ਵਧੇ। ਦੇਖਿਆ ਤਾਂ ਪਟਵਾਰੀ ਦਾ ਹੀ ਮੁੰਡਾ ਹੈ, ਇਹ ਤਾਂ ਨਾਨਕ ਹੀ ਆ। ਉਹ ਜਦੋਂ ਦੇਖਿਆ ਉਹ ਸੱਪ ਉੱਥੋਂ ਚਲਿਆ ਜਾਂਦਾ ਹੈ, ਪਰ ਗੁਰੂ ਨਾਨਕ ਦੇਵ ਜੀ ਦੇ ਸਾਹ ਚੱਲਦੇ ਸੀ ਤਾਂ ਪਤਾ ਲੱਗਿਆ ਵੀ ਇਹਨੇ ਡੰਗਿਆ ਨਹੀਂ, ਇਹ ਤਾਂ ਛਾਂ ਕਰ ਰਿਹਾ ਸੀ। ਉਹ ਸਪਸ਼ਟ ਹੋਈ ਗੱਲ ਵੀ ਇਹ ਮਾਰਨ ਨਹੀਂ ਆਇਆ, ਛਾਂ ਕਰਨ ਆਇਆ ਵਾ। ਤਾਂ ਉਦੋਂ ਗੁਰਸਿੱਖ ਪਿਆਰਿਓ ਫਿਰ ਉਹਨੇ ਗੁਰੂ ਨਾਨਕ ਦੇਵ ਜੀ ਨੂੰ ਪਤਾ ਕੀ ਆਖਿਆ, ਤੂੰ ਗਲਵੱਕੜੀ ਵਿੱਚ ਲੈ ਕੇ ਤੇ ਉਹਨਾਂ ਨੂੰ ਰੋਮ ਰੋਮ ਚੋਂ ਵਾਹਿਗੁਰੂ ਦੀ ਆਵਾਜ਼ ਸੁਣੀ ਆ। ਰਾਏ ਬਲਾਰ ਨੂੰ ਕਹਿੰਦੇ ਤੂੰ ਪੈਗੰਬਰ ਹੈ, ਪਟਵਾਰੀ ਦਾ ਤੂੰ ਬੇਟਾ, ਲੋਕ ਤੈਨੂੰ ਕਹਿੰਦੇ ਆ ਕਲਿਆਣ ਚੰਦ ਦਾ ਪੁੱਤਰ, ਬੇਦੀ ਕੁਲ ਭੂਸ਼ਣ ਕਹਿੰਦੇ ਆ, ਪਰ ਤੂੰ ਅਸਲ 'ਚ ਪੈਗੰਬਰ ਹੈ। ਪੈਗੰਬਰ ਕਹਿੰਦੇ ਆ ਜਿਹੜਾ ਕਿ ਰੱਬ ਦਾ ਸੁਨੇਹਾ ਲੈ ਕੇ ਆਉਂਦਾ ਹੈ, ਵੀ ਰੱਬ ਬੰਦਿਆਂ ਤੋਂ ਕੀ ਚਾਹੁੰਦਾ ਹੈ।
ਵੀ ਉਹਦੀ ਕੀ ਡਿਮਾਂਡ ਆ, ਵੀ ਤੁਹਾਡਾ ਜੀਵਨ ਗਲਤ ਪਾਸੇ ਜਾ ਰਿਹਾ, ਵੀ ਟਰੈਕ ਤੇ ਤੁਸੀਂ ਸਹੀ ਤੇ ਆਓ, ਵੀ ਤੂੰ ਪੈਗੰਬਰ ਹੈ ਤੇ ਰੱਬ ਤੇਰੇ ਅੰਦਰ ਹੈ ਤੇ ਇਉਂ ਲੱਗਦਾ ਵੀ ਤੂੰ ਹੀ ਰੱਬ ਹੈ। ਇਹ ਉਦੋਂ ਰਾਏ ਬਲਾਰ ਨੂੰ ਮਹਿਸੂਸ ਹੋਇਆ। ਉੱਥੇ ਉਹ ਖੇਤਾਂ ਦੇ ਵਿੱਚ ਉਹ ਮੱਝਾਂ ਗਾਵਾਂ ਵੀ ਆ ਕੇ ਉੱਥੇ ਬਹਿ ਗਈਆਂ, ਉਹ ਦੇਖਦੀਆਂ ਨੇ ਗੁਰੂ ਨਾਨਕ ਜੀ ਦੇ ਵੱਲ, ਨਾਲੇ ਘਾਹ ਚਰਦੀਆਂ ਨੇ, ਨਾਲੇ ਗੁਰੂ ਨਾਨਕ ਜੀ ਦੀ ਬਾਣੀ ਸੁਣਦੀਆਂ ਨੇ। ਰਾਏ ਬਲਾਰ ਨੇ, ਭਾਈ ਵੀਰ ਸਿੰਘ ਜੀ ਕਹਿੰਦੇ, ਘੁੱਟ ਕੇ ਜੱਫੀ ਪਾਈ ਗੁਰੂ ਨਾਨਕ ਜੀ ਨੂੰ। ਉਦੋਂ ਜਦੋਂ ਗੱਲ ਲੱਗੇ ਬਸ ਉਦੋਂ ਹੀ ਸਭ ਕੁਝ ਉਹਨਾਂ ਨੂੰ ਸੁਣ ਗਿਆ। ਗੁਰਮੁਖ ਰੋਮ ਰੋਮ ਹਰ ਧਿਆਵੇ, ਉਹ ਸਾਰੀਆਂ ਆਵਾਜ਼ਾਂ ਅਨਹਦ ਧੁਨੀਆਂ ਉਹਨਾਂ ਨੂੰ ਸੁਣ ਗਈਆਂ। ਉਹ ਕਹਿੰਦੇ ਤੂੰ ਕੋਈ ਆਮ ਬੱਚਾ ਨਹੀਂ ਹੈਗਾ, ਮੈਨੂੰ ਇਹ ਸਮਝ ਆ ਗਈ ਆ। ਤਾਂ ਉਹ ਪਹਿਲੇ ਸਿੱਖ ਬਣੇ ਉੱਥੇ। ਬੇਬੇ ਨਾਨਕੀ ਜੀ ਮਤਲਬ ਕਿ ਫੀਮੇਲ ਦੇ ਵਿੱਚੋਂ, ਇਸਤਰੀਆਂ ਦੇ ਵਿੱਚੋਂ ਪਹਿਲੇ ਸਿੱਖ ਬਣਦੇ ਨੇ। ਇਹ ਮੇਲ ਦੇ ਵਿੱਚੋਂ, ਇਨਸਾਨ ਦੇ ਵਿੱਚੋਂ, ਮਰਦਾਂ ਦੇ ਵਿੱਚੋਂ ਰਾਏ ਬਲਾਰ ਜੀ ਪਹਿਲੇ ਸਿੱਖ ਬਣਦੇ ਨੇ। ਤਾਂ ਉਹ ਇੱਥੋਂ ਹੀ ਬਣੇ। ਉਹ ਜਿਹੜਾ ਛੱਜਲੀ ਵਾਲਾ ਸੱਪ ਸੀ, ਫਨ ਵਾਲਾ, ਇੱਥੋਂ ਜਿਹੜੀ ਕਹਾਣੀ ਆ, ਇੱਥੋਂ ਸਿੱਖ ਬਣਦੇ ਨੇ। ਤਾਂ ਗੁਰੂ ਮਹਾਰਾਜ ਵਿੱਚ ਇੰਨਾ ਜ਼ਿਆਦਾ ਪਿਆਰ ਸੀ। ਗੁਰੂ ਸਾਹਿਬ ਸਾਡੇ ਤੇ ਕਿਰਪਾ ਹੀ ਕਰਨ, ਕੀਤੀ ਹੋਈ ਵਿਚਾਰ ਤੇ ਇਹ ਜਿਹੜੀ ਸਾਖੀ ਹੁੰਦੀ ਆ ਇਹ ਵੀ ਹਿਰਦਿਆਂ 'ਚ ਵਸੇ। ਗੁਰੂ ਮਹਾਰਾਜ ਕਿਰਪਾ ਕਰਨ, ਬਸ ਆਪਣਾ ਪਿਆਰ ਬਖਸ਼ਣ, ਸਾਡਾ ਵੀ ਜੀਵਨ ਸੋਹਣਾ ਹੋਵੇ, ਇਕੱਲੇ ਗੱਲਾਂ ਵਾਲੇ ਹੀ ਨਾ ਹੋਈਏ, ਬਾਕੀ ਉਹਦੀ ਕਮਾਈ ਹੋਵੇ ਅੰਦਰ ਸ਼ਬਦਾਂ ਦੀ। ਗੁਰੂ ਸਾਹਿਬ ਕਿਰਪਾ ਕਰਨ। ਆਓ ਰਲ ਮਿਲ ਕੇ ਵਾਹਿਗੁਰੂ ਕਹਿ ਲਈਏ 2 ਮਿੰਟ ਤੇ ਭੁੱਲ ਚੁੱਕ ਦੀ ਖਿਮਾ ਜੀ। ਅੱਗੇ ਵਾਸਤੇ ਆਪਣੀ ਅਸੀਸ ਤੇ ਆਪਣਾ ਪਿਆਰ ਬਖਸ਼ੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੂੰ ਠਾਕੁਰ ਪਹਿਰਦਾ